ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਸੀਬੀਆਈ ਜੋ ਭਾਰਤ ਦੀ ਇੱਕ ਬਹੁਤ ਅਹਿਮ ਜਾਂਚ ਏਜੰਸੀ ਆ ਔਰ ਇਸੇ ਕਰਕੇ ਇਸ ਨੂੰ ਅਸੀਂ ਪ੍ਰੀਮੀਅਮ ਇਨਵੈਸਟੀਗੇਸ਼ਨ ਏਜੰਸੀ ਵੀ ਕਹਿ ਦਿੰਦੇ ਆ। ਇਸ ਨੇ ਪੰਜਾਬ ਐਕਸਾਈਜ਼ ਮਹਿਕਮੇ ਦੇ 9 ਇੰਸਪੈਕਟਰਸ ਨੂੰ ਆਉਣ ਵਾਲੇ ਬੁੱਧਵਾਰ ਯਾਨੀ ਕਿ 13 ਸਤੰਬਰ ਨੂੰ ਦਿੱਲੀ ਬੁਲਾ ਲਿਆ। ਕਹਿੰਦੇ ਸਾਡੀ ਐਂਟੀ ਕਰਪਸ਼ਨ ਬ੍ਰਾਂਚ ਉੱਥੇ ਆ ਕੇ ਉਹਦੇ ਸਾਹਮਣੇ ਪੇਸ਼ ਹੋ ਤੇ ਕੁਝ ਸਵਾਲਾਂ ਦੇ ਜਵਾਬ ਦਿਓ। ਇਸ ਦੌਰਾਨ ਪੰਜਾਬ ਦੇ ਮੀਡੀਆ ਨੇ, ਪੰਜਾਬ ਦੇ ਅਖਬਾਰਾਂ ਨੇ ਜਾਂ ਨਿਊਜ਼ ਚੈਨਲਸ ਨੇ ਪਿਛਲੇ ਦਿਨਾਂ ਦੇ ਵਿੱਚ ਕੁਝ ਰਿਪੋਰਟਸ ਛਾਇਆ ਕੀਤੀਆਂ ਸੀ ਔਰ ਉਸ ਵਿੱਚ ਇਸ ਮਾਮਲੇ ਨੂੰ ਦਿੱਲੀ ਦੀ ਐਕਸਾਈਜ਼ ਪਾਲਿਸੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ। ਇਹ ਕਿਹਾ ਸੀ ਕਿਉਂਕਿ ਮਨੀਸ਼ ਸਿਸੋਦੀਆ ਉੱਥੋਂ ਦੇ ਜਿਹੜੇ ਉਪ ਮੁੱਖ ਮੰਤਰੀ ਸੀ ਜਾਂ ਡਿਪਟੀ ਚੀਫ ਮਿਨਿਸਟਰ ਸੀ, ਅੱਜ ਕੱਲ੍ਹ ਜੇਲ੍ਹ 'ਚ ਨੇ। ਇਹ ਕਹਿੰਦੇ ਉਸੇ ਸਬੰਧ ਦੇ ਵਿੱਚ ਇਹਨਾਂ ਨੂੰ ਬੁਲਾਇਆ ਜਾ ਰਿਹਾ, ਪਰ ਇਹ ਮਾਮਲਾ ਉਸ ਨਾਲ ਬਿਲਕੁਲ ਵੀ ਜੁੜਿਆ ਹੋਇਆ ਨਹੀਂ ਹੈ, ਬਿਲਕੁਲ ਵੱਖਰਾ ਮਾਮਲਾ। ਇਹ ਸਾਰਾ ਮਾਮਲਾ ਹੈ ਕੀ ਆ, ਇਸ ਨੂੰ ਤਫਸੀਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਨਾਲ ਹੀ G20 ਦੇ ਜਿਹੜਾ ਸਿਖਰ ਸੰਮੇਲਨ ਹੋ ਕੇ ਹਟਿਆ, G20 ਸਮਿਟ ਹੋ ਕੇ ਹਟੀ ਆ, ਉਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਲਾਕਾਤ ਕਰਦੇ ਨੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨਾਲ। ਤੇ ਮੋਦੀ ਜਸਟਿਨ ਟਰੂਡੋ ਨੂੰ ਦੱਸਦੇ ਨੇ ਕਿ ਤੁਹਾਡੇ ਉੱਥੇ ਯਾਨੀ ਕਿ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਜਿਹੜੇ ਕੱਟੜਵਾਦੀ ਨੇ, ਕੁਝ ਖਾਸ ਖਾਲਿਸਤਾਨ ਸਮਰਥਕ ਨੇ, ਉਹ ਹਿੰਸਾ ਤੇ ਉਤਾਰੂ ਹੋ ਗਏ ਨੇ ਜਾਂ ਉਹ ਹਿੰਸਾ ਫੈਲਾ ਰਹੇ ਨੇ। ਤੁਸੀਂ ਇਹੋ ਜਿਹੇ ਅਨਸਰਾਂ ਨੂੰ ਕਿਸੇ ਤਰ੍ਹਾਂ ਕੰਟਰੋਲ ਕਰੋ, ਉਹਨਾਂ ਨੂੰ ਚੈੱਕ ਦੇ ਵਿੱਚ ਰੱਖੋ, ਕਿਉਂਕਿ ਇਹਦੇ ਨਾਲ ਸਾਡੇ ਜਿਹੜੇ ਹੋਰ ਭਾਰਤੀ ਮੂਲ ਦੇ ਉੱਥੇ ਵਾਸੀ ਨੇ ਉਹ ਥੋੜ੍ਹੇ ਡਰੇ ਹੋਏ ਨੇ। ਤੇ ਜਸਟਿਨ ਟਰੂਡੋ ਨੇ ਵੀ ਭਰੋਸਾ ਦਿੱਤਾ ਕਿ ਅਸੀਂ ਇਸ ਤਰ੍ਹਾਂ ਦੇ ਐਲੀਮੈਂਟਸ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਹਿ ਨਹੀਂ ਦਿੰਦੇ, ਉਹਨਾਂ ਦਾ ਸਮਰਥਨ ਨਹੀਂ ਕਰਦੇ ਤੇ ਅਸੀਂ ਇਹ ਚੀਜ਼ ਨੂੰ ਇਨਸ਼ੋਰ ਕਰਾਂਗੇ ਜਾਂ ਯਕੀਨੀ ਬਣਾਵਾਂਗੇ ਕਿ ਇਸ ਤਰ੍ਹਾਂ ਦਾ ਕੁਝ ਨਾ ਹੋਵੇ। ਇਸੇ ਦੌਰਾਨ ਜਦੋਂ ਇਹ ਵਾਰਤਾ ਚੱਲ ਰਹੀ ਸੀ ਤੇ ਬੀਤੇ ਐਤਵਾਰ ਨੂੰ ਕੈਨੇਡਾ, ਬ੍ਰਿਟਿਸ਼ ਕੋਲੰਬੀਆ ਔਰ ਸਰੀ ਦੇ ਇੱਕ ਗੁਰਦੁਆਰੇ ਦੇ ਵਿੱਚ ਰੈਫਰੈਂਡਮ ਹੋ ਰਿਹਾ ਸੀ ਖਾਲਿਸਤਾਨ ਦਾ। ਸਨ 2023 ਦਾ ਰੈਫਰੈਂਡਮ, ਕਹਿੰਦੇ ਕਿ ਲਗਭਗ 1 ਲੱਖ ਲੋਕਾਂ ਨੇ ਉਹਦੇ ਵਿੱਚ ਸ਼ਿਰਕਤ ਕੀਤੀ। ਕੀ ਇਹ ਸਾਰਾ ਮਾਜਰਾ ਹੈ? ਕੀ ਇਸ ਤੋਂ ਪਹਿਲਾਂ ਵੀ ਰੈਫਰੈਂਡਮ ਹੋਇਆ ਸੀ ਔਰ ਇਸ ਨੂੰ ਕਿਸ ਤਰ੍ਹਾਂ ਭਾਰਤ ਦੇ ਲੋਕ ਦੇਖਦੇ ਨੇ ਔਰ ਖਾਸ ਤੌਰ ਤੇ ਪੰਜਾਬ ਦੇ ਲੋਕ ਦੇਖਦੇ ਨੇ? ਇਹ ਸਾਰੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ। ਤੇ ਨਾਲ ਹੀ G20 ਤੇ ਇਹ ਵੀ ਗੱਲ ਕਰਾਂਗੇ ਜਿਹੜਾ ਸਿਖਰ ਸੰਮੇਲਨ ਹੋ ਕੇ ਹਟਿਆ ਕਿ ਇਸ ਵਿੱਚ ਮੀਡੀਆ ਦੀ ਭੂਮਿਕਾ ਕਿਸ ਤਰ੍ਹਾਂ ਦੀ ਰਹੀ ਔਰ ਖਾਸ ਤੌਰ ਤੇ ਮੀਡੀਆ ਨੂੰ ਇਸ ਸਾਰੇ ਸੰਮੇਲਨ ਤੋਂ ਜਾਣ ਬੁੱਝ ਕੇ ਦੂਰ ਕਿਉਂ ਰੱਖਿਆ ਗਿਆ। ਔਰ ਜਿਹੜਾ ਇੰਟਰਨੈਸ਼ਨਲ ਮੀਡੀਆ ਵੀ ਆਇਆ ਸੀ ਔਰ ਖਾਸ ਤੌਰ ਤੇ US ਤੋਂ ਆਇਆ ਸੀ, ਉਹਨਾਂ ਨੂੰ ਵੀ ਇਹੀ ਗੱਲ ਮਹਿਸੂਸ ਹੋਈ। ਕਹਿੰਦੇ ਸਾਨੂੰ ਅੰਦਰਲੀਆਂ ਗੱਲਾਂ ਪਤਾ ਹੀ ਨਹੀਂ ਲੱਗ ਰਹੀਆਂ, ਸਾਨੂੰ ਜਿੰਨੇ ਵੀ ਵੈਨਿਊਜ਼ ਨੇ ਜਾਂ ਜਿੱਥੇ ਇਹ ਮੀਟਿੰਗਾਂ ਜਾਂ ਬੈਠਕਾਂ ਹੋ ਰਹੀਆਂ ਨੇ ਉਹਦੇ ਨਜ਼ਦੀਕ ਨਹੀਂ ਜਾਣ ਦਿੱਤਾ ਜਾਂਦਾ। ਇਹ ਸਾਰਾ ਮਾਜਰਾ ਕੀ ਹੈ? ਈਵਨ ਕਿ ਜੋ ਬਾਈਡਨ US ਦੇ ਪ੍ਰੈਜ਼ੀਡੈਂਟ ਜਿਹੜੇ ਇੱਥੇ ਮੀਡੀਆ ਨੂੰ ਸੰਬੋਧਨ ਕਰਨਾ ਚਾਹੁੰਦੇ ਸੀ, ਜਦੋਂ ਉਹਨਾਂ ਨੂੰ ਇਸ ਤਰ੍ਹਾਂ ਦੀ ਇਜਾਜ਼ਤ ਨਾ ਦਿੱਤੀ ਗਈ ਜਾਂ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਹਰੀ ਝੰਡੀ ਜਾਂ ਇਸ ਤਰ੍ਹਾਂ ਦਾ ਗ੍ਰੀਨ ਸਿਗਨਲ ਨਾ ਮਿਲਿਆ ਤੇ ਫਿਰ ਉਹਨਾਂ ਨੂੰ ਇਹੀ ਜਿਹੜੀ ਮੀਡੀਆ ਨਾਲ ਇੰਟਰੈਕਸ਼ਨ ਸੀ ਉਹ ਜਾ ਕੇ ਵੀਅਤਨਾਮ ਦੇ ਵਿੱਚ ਕਰਨੀ ਪਈ। CBI ਦੇ ਐਡੀਸ਼ਨਲ ਸੁਪਰਇੰਟੈਂਡੈਂਟ ਆਫ ਪੁਲਿਸ, ਜਿਨ੍ਹਾਂ ਨੂੰ ਅਸੀਂ ASP ਵੀ ਕਹਿ ਦਿੰਦੇ ਆ, ਰਾਜੀਵ ਕੁਮਾਰ ਨੇ 9 ਇੰਸਪੈਕਟਰਸ ਐਕਸਾਈਜ਼ ਮਹਿਕਮੇ ਦੇ, ਆਬਕਾਰੀ ਮਹਿਕਮੇ ਦੇ ਪੰਜਾਬ ਦੇ, ਇਹਨਾਂ ਨੂੰ ਬੁਲਾ ਲਿਆ। ਕਹਿੰਦੇ ਤੁਸੀਂ ਬੁੱਧਵਾਰ ਨੂੰ ਸਵੇਰੇ 10:30 ਵਜੇ ਲੋਧੀ ਰੋਡ ਤੇ ਇਹਨਾਂ ਦਾ ਦਫ਼ਤਰ ਆ ਤੇ ਫਸਟ ਫਲੋਰ ਤੇ ਐਂਟੀ ਕਰਪਸ਼ਨ ਬ੍ਰਾਂਚ ਦਾ ਆਪਣਾ ਉੱਥੇ ਇੱਕ ਵਿੰਗ ਆ, ਉੱਥੇ ਪਹੁੰਚ ਕੇ ਆਪਣੀਆਂ ਸਟੇਟਮੈਂਟਸ ਰੈਕਡ ਕਰਾਓ ਜਾਂ ਉਹਨਾਂ ਨੂੰ ਉੱਥੇ ਦਰਜ ਕਰਵਾਓ। ਅਸੀਂ ਤੁਹਾਡੇ ਤੋਂ ਕੁਝ ਸਵਾਲ ਪੁੱਛਣਾ ਚਾਹੁੰਦੇ ਆ ਤੇ ਉਹਨਾਂ ਸਵਾਲਾਂ ਦੇ ਤੁਸੀਂ ਜਵਾਬ ਦਿਓ। ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਮਾਮਲਾ ਇੱਕ ਬਿਲਕੁਲ ਵੱਖਰਾ ਮਾਮਲਾ ਔਰ ਇਹ ਮਾਮਲਾ ਹੈ ਜਸਦੀਪ ਕੌਰ ਚੱਢਾ ਦਾ। ਜਸਦੀਪ ਕੌਰ ਚੱਢਾ ਬਾਰੇ ਮੈਂ ਤੁਹਾਨੂੰ ਜ਼ਰੂਰ ਦੱਸਦਾ ਪਹਿਲਾਂ ਕਿ ਇਹ ਹਰਦੀਪ ਚੱਢਾ ਦੇ ਪਤਨੀ ਨੇ, ਜਿਨ੍ਹਾਂ ਦਾ ਆਪਣੇ ਹੀ ਭਰਾ ਪੌਂਟੀ ਚੱਢਾ ਦੇ ਨਾਲ ਸਨ 2012 ਦੇ ਵਿੱਚ ਨਵੰਬਰ ਦੇ ਮਹੀਨੇ ਦੇ ਵਿੱਚ ਆਪਸ ਦੇ ਵਿੱਚ ਝਗੜਾ ਹੋਇਆ, ਫਿਰ ਦੋਨਾਂ ਨੇ ਇੱਕ ਦੂਸਰੇ ਤੇ ਗੋਲੀ ਚਲਾਈ, ਉਸ ਦੌਰਾਨ ਮੌਤ ਹੋ ਗਈ। ਤੇ ਉਸ ਤੋਂ ਬਾਅਦ ਜਸਦੀਪ ਕੌਰ ਚੱਢਾ ਇਹੀ ਸਾਰਾ ਇਹ ਸ਼ਰਾਬ ਦਾ ਜਿਹੜਾ ਬਿਜ਼ਨਸ ਆ, ਬਰਿਊਰੀਜ਼ ਦਾ ਜਾਂ ਤੁਸੀਂ ਕਹਿ ਲਓ ਕਿ ਡਿਸਟਿਲਰੀਜ਼ ਦਾ, ਇਹੀ ਸੰਭਾਲਦੇ ਨੇ। ਇਹਨਾਂ ਦੀ ਇੱਕ ਬਰਿਊਰੀ ਆ ਕੀੜੀ ਅਫਗਾਨਾ ਗੁਰਦਾਸਪੁਰ ਦੇ ਵਿੱਚ, ਜਿਹਦਾ ਨਾਮ ਐਡਨ ਬਰਾਉਸਨ ਆ। ਤੇ ਇਸੇ ਤਰ੍ਹਾਂ ਇਹਨਾਂ ਦੀ ਇੱਕ ਡਿਸਟਿਲਰੀ ਵੀ ਆ ਉਸੇ ਇਲਾਕੇ ਦੇ ਵਿੱਚ ਕੀੜੀ ਅਫਗਾਨਾ ਦੇ ਵਿੱਚ, ਜਿਹੜੀ ਚੱਢਾ ਸ਼ੂਗਰਸ ਦੇ ਨਾਲ ਮਸ਼ਹੂਰ ਆ। ਔਰ ਅਪ੍ਰੈਲ ਦੇ ਮਹੀਨੇ ਦੇ ਵਿੱਚ, ਸਨ 2022 ਦੀ ਮੈਂ ਗੱਲ ਕਰ ਰਿਹਾ, ਅਪ੍ਰੈਲ ਦੇ ਮਹੀਨੇ ਦੇ ਵਿੱਚ ਇਹ
ब्रूअरी भी ते इसे तरह इन्हां दी जिहड़ी डिस्टिलरी सी ये दोनों नूं ताले लाते सी। ताले उस वक्त के जिहड़े डिस्टिलरीज के इंचार्ज सी उन्हां दे कहण ते लाए गए सी। मैं नरेश दुबे की गल कर रहा। ये जिहड़े नरेश दुबे ने ये जॉइंट कमिश्नर ने पंजाब एक्साइज महकमे दे और लगभग 12 साल हो गए आ जे मैं तुहानूं सही दसां तो लगातार डिस्टिलरीज नूं पंजाब दियां नूं यही चला रहे ने। कहण दा मतलब कि इन्हां दा जिहड़ा कारज भाग आ सारा इन्हां कोल ही आ। 15 क डिस्टिलरीज ने पंजाब दे विच, इसे तरह 24-25 साडे लगभग बॉटलिंग प्लांट्स ने ते इसे तरह लगभग 4 जिहड़ियां ने वो ब्रूअरीज ने जिन्हां उत्ते इन्हां दा कंट्रोल रहिंदा। ते इन्हां दे कहण ते ये सारा कुछ बाद दे विच शिकायत दे विच भी आया। जो दिल्ली दे विच अफसर ने वो सानूं दसदे ने जदों इन्हां ने सारा कुछ ये बंद करता तो इन्हां दा बिजनेस सी वो बिल्कुल जिहड़ा एक तरह स्टैंड स्टिल हो गया या खड़ गया। उस दौरान तुहानूं पता कि एक्साइज पॉलिसी भी आई सी दिल्ली की, खैर वो तो बाद दे विच दिल्ली की सरकार ने वापस लै ली सी। इस दौरान जसदीप कौर चड्ढा दे 3 L1 उत्थों दे होलसेलिंग शॉप सीगियां या इन्हां दे L1 गडाउन सी या जिस तरह भी तुसीं उन्होंने कहना चाहो, वो तिन्ने दे तिन्ने भी बंद कर दिते गए। जदों CBI ने, क्योंकि CBI ने उदों तक जांच शुरू करती सी ते CBI ने इन्हां नूं बुलाया जसदीप कौर चड्ढा नूं कि तुसीं दसो जी पंजाब दे विच या दिल्ली दे विच तुहाडे L1 लाइसेंसिस आ तुहानूं किस तरह दिते। पता तो बेसिकली उन्होंने करना सी कि जिहड़ी दिल्ली की सरकार आ वो जिहड़ी नवीं पॉलिसी लैके आई है ਜਾਂ लैके आंदी सी उन्होंने वो किस तरह लैके आंदी सी, किस तरह पैसे लै गए सी या की कुछ सी करप्शन हुई सी। पर जदों जसदीप कौर चड्ढा उन्हां कोले पहुँचते हैं वो दसदे ने कहंदे छड्डो जी असी इत्थे L1 लाइसेंसिस तो साडे तां इत्थे बंद कर दिते गए। साडे तां पंजाब दे विच एक जिहड़ी ब्रूअरी सी या इस तरह डिस्टिलरी सी वो भी बंद करती। इस दौरान CBI ने इन्हां तो एक शिकायत लै ली और उस शिकायत दे विच जसदीप कौर चड्ढा ने यह भी दस्सिया कि जिहड़े उत्थों दे जॉइंट कमिश्नर ने उस वक्त, खैर ये जॉइंट कमिश्नर बने नहीं सी, नरेश दुबे, कहंदे इन्हां ने जी बंद की है, बल्कि जो 2 इंस्पैक्टर सी उत्थे तैनात सी इसे डिस्टिलरी ते ब्रूअरी ते वो भी कहंदे विड्रॉ कर लेने, उन्होंने उत्थों हटा लिया गया। तो इस करके मेरे को किसी तरह का कोई चारा नहीं इन्हों बंद करन दा। जदों ये बंद हो गई तुसीं देखो घट्टो घट्ट 4 तो लैके 5 करोड़ तक मुढ़ला जिहड़ा नुकसान वो दस्सिया जांदा। ते इस तो बाद नरेश दुबे की ये शिकायत भी करते हैं, तुहानूं सारिਆਂ नूं याद होना। तो पहली वारी ये सारा कुछ जदों हुंदा तो फिर ये मामला अगे वधदा। इस तो बाद तुहानूं ये भी याद होना कि नरेश दुबे और वरुण अरूजम जिहड़े अजकल पंजाब दे एक्साइज कमिश्नर ने उन्हां तो इस मामले ते स्टेटमेंट भी लई जाती है कि तुहाडे एक जिहड़े बिजनेसमैन ने जिहड़े खुद डिस्टिलरी चलाउंदे ने या एक ब्रूअरी चलाउंदे ने उन्हां दी ये जिहड़ियां दोने आ जिहड़े प्लांट्स ने या फैक्ट्रियां ने ये क्यों बंद कर दित्तियां गईयां। खैर उन्होंने की स्टेटमेंट दी और मैं तुहानूं ये जरूर दसदा कि ये स्टेटमेंट जिहड़ी आ वो लगभग अज तो 8-9 महीने पहला हुई आ, जिथे इन्हां ने अपनी जो भी रीजनस होणगे वो दसते होने आ। पर जसदीप कौर चड्ढा का कहना सी कि जदों उन्हां दे ये दोने ब्रूअरी ते दोने डिस्टिलरियां बंद कीतियां गईयां ना तो उन्हां नूं किसी तरह का कोई शो कॉज नोटिस दिता गया ते ना ही उन्हां नूं कोई कारण दस्सिया गया। इस करके इस मामले दे विच हुण नरेश दुबे वो काफ़ी मुश्किल दे विच हो सकते हैं कि उन्होंने किन्ना दे कहण ते किन्ना दे इशारे ते जसदीप कौर चड्ढा दियां ये दोने जिहड़ियां ब्रूअरी ते डिस्टिलरीज बंद कीतियां। दूसरी गल हुण एक होर नवीं आउंदी आ क्योंकि इन्हां जिहड़े 9 इंस्पैक्टर्स ने इन्हां नूं इस करके नहीं बुलाया गया कि ये कोई दोषी आ या जिहड़े इंस्पैक्टर्स हुंदे ने वो कोई पॉलिसी बनाउंदे ने, ये आपां नूं सारिआं नूं पता। ये तां पॉलिसी बनाउण दे विच इन्हां दा किसी तरह का रोल नहीं हुंदा। जे तुहानूं सही मायने दे विच मैं दस्सां तो इन्हां 9 इंस्पैक्टर्स नूं केवल ते केवल बतौर गवाह के तौर पर बुलाया गया कि आके तुसीं विटनस बनो, सानूं दसो कि उस वक्त की प्रैशर सी तुहाडे ते या किहड़े लोकां ने, क्योंकि ज़्यादातर जिहड़े ये इंस्पैक्टर सी किसी ना किसी
ਦੌਰ ਦੇ ਵਿੱਚ ਇਹ ਉੱਥੇ ਤੈਨਾਤ ਰਹੇ ਨੇ, ਗੁਰਦਾਸਪੁਰ ਦੇ ਵਿੱਚ ਰਹੇ ਨੇ, ਕੀੜੀ ਅਫਗਾਨਾਂ ਦੇ ਵਿੱਚ ਰਹੇ ਨੇ। ਸੋ ਇਹਨਾਂ ਨੂੰ ਤਾਂ ਇਸ ਕਰਕੇ ਬੁਲਾਇਆ ਗਿਆ, ਇਸ ਕਰਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਤੁਹਾਨੂੰ ਯਾਦ ਹੋਣਾ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਦੇ ਮਹੀਨੇ ਵਿੱਚ 6 ਸਤੰਬਰ ਨੂੰ ਵਰੁਣ ਰੁਜਮ ਜਿਹੜੇ ਐਕਸਾਈਜ਼ ਕਮਿਸ਼ਨਰ ਨੇ, ਇਸੇ ਤਰ੍ਹਾਂ ਨਰੇਸ਼ ਦੂਬੇ ਨੇ, ਇਹਨਾਂ ਦੇ ਘਰਾਂ ਤੇ ਰੇਡਸ ਵੀ ਮਾਰੀਆਂ ਗਈਆਂ ਸੀ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਰੇਡਸ ਮਾਰੀਆਂ ਸੀ ਇਹਨਾਂ ਤੇ, ਲੇਕਿਨ ਮਿਲਿਆ ਕੁਛ ਨਹੀਂ ਸੀ। ਹੁਣ ਜਿਹੜਾ ਅਗਲਾ ਸਵਾਲ ਪੈਦਾ ਹੁੰਦਾ ਉਹ ਬੜਾ ਵੱਡਾ ਸਵਾਲ ਆ, ਉਹ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਆਪਣੇ ਅਫਸਰਾਂ ਲਈ ਖੜ ਨਹੀਂ ਰਹੀ। ਹੁਣ ਤੁਸੀਂ ਦੇਖੋ, ਘੱਟੋ ਘੱਟ ਭਗਵੰਤ ਮਾਨ ਨੂੰ ਜਾਂ ਸਾਡੇ ਜਿਹੜੇ ਪੰਜਾਬ ਦੇ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਨੇ ਹਰਪਾਲ ਸਿੰਘ ਚੀਮਾ, ਇਹਨਾਂ ਦੀ ਅੱਜ ਤੱਕ ਜਦੋਂ ਕਦੇ ਵੀ ਕੋਈ ਰੇਡਸ ਹੁੰਦੀਆਂ ਨੇ, ਜਦੋਂ ਵੀ ਇਹਨਾਂ ਦੇ ਅਫਸਰ ਕਿਸੇ ਮੁਸੀਬਤ ਦੇ ਵਿੱਚ ਆਉਂਦੇ ਨੇ, ਮੁਸ਼ਕਿਲ ਦੇ ਵਿੱਚ ਆਉਂਦੇ ਨੇ, ਇਹ ਕਦੇ ਵੀ ਉਹਨਾਂ ਦੇ ਨਾਲ ਆ ਕੇ ਖੜੇ ਨਹੀਂ ਹੁੰਦੇ। ਇਹ ਚਾਹੇ ਹੁਣ ਇੰਸਪੈਕਟਰਾਂ ਦਾ ਮਾਮਲਾ ਹੋਵੇ, ਪਹਿਲਾਂ ਚਾਹੇ ਕਮਿਸ਼ਨਰ ਦਾ, ਚਾਹੇ ਜਿਹੜੇ ਕਮਿਸ਼ਨਰ ਨੇ ਜਾਂ ਜੁਆਇੰਟ ਕਮਿਸ਼ਨਰ ਨੇ ਉਹਨਾਂ ਤੇ ਰੇਡ ਦਾ ਮਾਮਲਾ ਹੋਵੇ, CBI ਦੇ ਕੇਸ ਦਾ ਮਾਮਲਾ ਹੋਵੇ, ED ਦੀ ਰੇਡ ਦਾ ਮਾਮਲਾ ਹੋਵੇ, ਇਹ ਕਦੇ ਅੱਗੇ ਆ ਕੇ ਨਹੀਂ ਖੜਦੇ। ਹੁਣ ਵੀ ਇੰਸਪੈਕਟਰ ਦੇ ਮਾਮਲਿਆਂ ਦੇ ਵਿੱਚ ਹਜੇ ਤੱਕ ਇਹਨਾਂ ਦੀ ਕੋਈ ਸਟੇਟਮੈਂਟ ਨਹੀਂ ਆਈ। ਤੇ ਘੱਟੋ ਘੱਟ ਇੱਥੇ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ ਚਾਹੂੰਗਾ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ। ਹੇਮੰਤ ਸੋਰੇਨ ਨੂੰ ਪਿਛਲੇ ਦਿਨਾਂ ਦੇ ਵਿੱਚ 3 ਨੋਟਿਸਿਸ ਆਏ ਸੀ। ਇੱਕ ਤਾਂ ਉਹਨਾਂ ਨੂੰ ਉਸ ਤੋਂ ਪਹਿਲਾਂ ਅਗਸਤ ਦੇ ਮਹੀਨੇ ਦੇ ਵਿੱਚ ਆਇਆ ਸੀ, ਇੱਕ 14 ਨੂੰ ਆਇਆ ਸੀ, 14 ਅਗਸਤ ਨੂੰ, 24 ਅਗਸਤ ਨੂੰ, ਤੇ ਫਿਰ ਇੱਕ ਨੋਟਿਸ ਆਇਆ ਸੀ ਜਦੋਂ ਜੀ ਸਮਿਟ ਜਿਹੜਾ ਸਿਖਰ ਸੰਮੇਲਨ ਸੀ G20 ਦਾ ਉਹ ਚੱਲ ਰਿਹਾ ਸੀ, ਤੇ ਜਿਸ ਦਿਨ ਡਿਨਰ ਸੀ, ਜਿਸ ਦਿਨ ਰਾਤ ਦਾ ਜਿਹੜਾ ਭੋਜ ਦਾ ਇੰਤਜ਼ਾਮ ਕੀਤਾ ਗਿਆ ਸੀ, ਰਾਤ ਦੇ ਖਾਣੇ ਦਾ, ਉਸ ਦਿਨ ਉੱਥੇ ਜਾ ਰਹੇ ਸੀ। ਉਸ ਦਿਨ ਵੀ ਉਹਨਾਂ ਨੇ ਨਾ ਕਰਤੀ, ਕਹਿੰਦੇ ਮੈਂ ਬਿਲਕੁਲ ਨਹੀਂ ਆਉਣਾ, ਤੁਹਾਨੂੰ ਸੁਪਰੀਮ ਕੋਰਟ ਨੂੰ ਜਵਾਬ ਦੇਣਾ ਪੈਣਾ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਮੈਂ ਆਲਰੇਡੀ ਕੇਸ ਦਾਖਲ ਕਰ ਚੁੱਕਾ ਕਿ ਜਿਹੜੀ ED ਆ, ਹੇਮੰਤ ਸੋਰੇਨ ਦਾ ਕਹਿਣਾ ਸੀ ਕਿ ਦੇਖੋ ਕਿਸ ਤਰ੍ਹਾਂ ED ਮੈਨੂੰ ਕੰਮ ਨਹੀਂ ਕਰਨ ਦੇ ਰਹੀ, ਬਲਕਿ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਕੇਸ ਦਾਇਰ ਕੀਤਾ ਹੋਇਆ, ਤੇ ਉਹਨਾਂ ਨੇ ਬਲਕਿ ED ਨੂੰ ਇੱਥੋਂ ਤੱਕ ਕਹਿਤਾ ਕਿ ਜੇ ਤੁਹਾਨੂੰ ਕੁਝ ਕਰਨਾ ਜਾਂ ਕੋਈ ਕਿਸੇ ਤਰ੍ਹਾਂ ਦਾ ਜਵਾਬ ਚਾਹੀਦਾ ਤਾਂ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਜਾਓ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਮੈਂ ਕੇਸ ਦਾਖਲ ਕਰ ਚੁੱਕਾ, ਔਰ ਜਿੰਨੀ ਦੇਰ ਤੱਕ ਸੁਪਰੀਮ ਕੋਰਟ ਤੋਂ ਕਿਸੇ ਤਰ੍ਹਾਂ ਦੀ ਮੈਨੂੰ ਕੋਈ ਡਾਇਰੈਕਸ਼ਨ ਨਹੀਂ ਆਊਗੀ ਮੈਂ ਪੇਸ਼ ਨਹੀਂ ਹੋਊਗਾ। ਇਹ ਆ ਹੇਮੰਤ ਸੋਰੇਨ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਇਹ ED ਛੱਡੀ ਹੋਈ ਆ, ਇਹ ਕੇਵਲ ਤੇ ਕੇਵਲ ਵਿਰੋਧੀ ਪਾਰਟੀਆਂ ਦੇ ਮੁੱਖ ਮੰਤਰੀਆਂ ਨੂੰ, ਸਰਕਾਰਾਂ ਨੂੰ ਡੀਸਟੈਬਲਾਈਜ਼ ਕਰਨ ਲਈ, ਹਿਲਾਉਣ ਲਈ ਛੱਡੀ ਹੋਈ ਆ। ਸੋ ਘੱਟੋ ਘੱਟ ਉਹਨਾਂ ਨੇ ਤਾਂ ਸਟੈਂਡ ਲੈ ਲਿਆ। ਇਸੇ ਤਰ੍ਹਾਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਉਹਨਾਂ ਨੇ ਵੀ ਪਿਛਲੇ ਦਿਨਾਂ 'ਚ ਸਟੈਂਡ ਲੈ ਲਿਆ। ਕਿਸ ਤਰ੍ਹਾਂ ਉਹਨਾਂ ਨੇ ਖੁਲਾਸੇ ਕੀਤੇ, ਕਹਿੰਦੇ ਜੇ ਸਾਡੇ ਕਿਸੇ ਅਧਿਕਾਰੀ ਨੇ ਕੁਝ ਕੀਤਾ ਆ ਕੇ ਫੜੋ, ਪਰ ਬਗੈਰ ਗੱਲ ਦੇ ਸਾਨੂੰ ਤੰਗ ਨਾ ਕਰੋ। ਇਸੇ ਕਰਕੇ ਉਹਨਾਂ ਨੇ ਵੀ ਸਟੈਂਡ ਲਿਆ, ਪ੍ਰੈਸ ਕਾਨਫਰੰਸ ਕੀਤੀ। ਪਰ ਮੈਂ ਇਸ ਮਾਮਲੇ ਦੇ ਵਿੱਚ ਤੁਸੀਂ ਦੇਖੋ, ਕੇਂਦਰੀ ਏਜੰਸੀਆਂ ਕਈ ਵਾਰੀ ਸਰਕਾਰਾਂ ਦੇ ਨਾਲ, ਖਾਸ ਤੌਰ ਤੇ ਵਿਰੋਧੀ ਸਰਕਾਰਾਂ ਦੇ ਨਾਲ ਕਿੰਨਾ ਧੱਕਾ ਕਰਦੀਆਂ ਨੇ। ਕਦੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਖਿਲਾਫ ਬੋਲਦੇ ਨਹੀਂ, ਕਦੇ ਮੈਂ ਹਰਪਾਲ ਸਿੰਘ ਚੀਮਾ ਜਿਹੜੇ ਖੁਦ ਫਾਈਨੈਂਸ ਮਿਨਿਸਟਰ ਵੀ ਨੇ, ਜਿਨ੍ਹਾਂ ਕੋਲ ਐਕਸਾਈਜ਼ ਤੇ ਟੈਕਸੇਸ਼ਨ ਮਹਿਕਮਾ ਵੀ ਆ, ਇਹ ਕਦੇ ਮੈਂ ਬੋਲਦੇ ਹੀ ਨਹੀਂ ਸੁਣੇ, ਚੁੱਪ ਕਰ ਜਾਂਦੇ ਨੇ, ਬਲਕਿ ਇਸ ਤਰ੍ਹਾਂ ਲੱਗਦਾ ਜਿਵੇਂ ਆਪਣੀ ਜਾਨ ਬਚਾਉਂਦੇ ਹੋਣ। ਜੇ ਇਹ ਜਿਹੜੇ ਮੁੱਖ ਮੰਤਰੀ ਆ ਜਾਂ ਜਿਹੜੇ ਕੈਬਨਿਟ ਮੰਤਰੀ ਨੇ, ਚਾਹੇ ਉਹ ਭਗਵੰਤ ਮਾਨ ਨੇ ਤੇ ਚਾਹੇ ਹਰਪਾਲ ਸਿੰਘ ਚੀਮਾ, ਜੇ ਆਪਣੇ ਅਫਸਰਾਂ ਲਈ, ਆਪਣੇ ਅਧਿਕਾਰੀਆਂ ਲਈ ਤੇ ਚਾਹੇ ਕਰਮਚਾਰੀਆਂ ਲਈ ਇਹ ਨਹੀਂ ਖੜੇ ਹੋਣਗੇ ਤੇ ਇਹਨਾਂ ਲਈ ਕੌਣ ਖੜਾ ਹੋਊਗਾ। ਈਵਨ ਕਿ ਤੁਸੀਂ ਦੇਖੋ ਇਸ ਮਾਮਲੇ 'ਚ ਨਹੀਂ, ਜਦੋਂ NCB ਨਾਰਕੋਟਿਕ ਕੰਟਰੋਲ ਬਿਊਰੋ ਨੇ 66 ਠੇਕੇ ਬੰਦ ਕਰ ਦਿੱਤੇ ਗਏ ਸੀ, ਉਹ ਬਿਲਕੁਲ ਅੱਗੇ ਜਾ ਕੇ ਅਦਾਲਤਾਂ ਦੇ ਵਿੱਚ ਵੀ ਇਹ ਕੇਸ ਪ੍ਰੂਵ ਹੋਏ ਕਿ ਉਹ ਗੈਰ ਕਾਨੂੰਨੀ ਢੰਗ ਨਾਲ ਬੰਦ ਕੀਤੇ ਗਏ ਸੀ, ਔਰ ਐਕਸਾਈਜ਼ ਮਹਿਕਮੇ ਤੋਂ ਪੁੱਛੇ ਬਗੈਰ ਉਹ ਬੰਦ ਕੀਤੇ ਗਏ ਸੀ। ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਦੇਖੋ ਜੀ ਇੱਥੋਂ ਤਾਂ ਨਸ਼ੇ ਵਿਕ ਰਹੇ ਸੀ, ਡਰੱਗਸ ਵਿਕ ਰਹੀਆਂ ਸੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਪਰ ਕਦੇ ਤੁਸੀਂ ਦੇਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਜਾਂ ਪੰਜਾਬ ਦੇ ਫਾਈਨੈਂਸ ਮਿਨਿਸਟਰ ਜਾਂ ਐਕਸਾਈਜ਼ ਐਂਡ ਟੈਕਸੇਸ਼ਨ ਮੰਤਰੀ ਨੇ, ਹਰਪਾਲ ਸਿੰਘ ਚੀਮਾ ਨੇ, ਇਸ ਉੱਤੇ ਕਿਸੇ ਤਰ੍ਹਾਂ ਦਾ ਕੋਈ ਸਟੈਂਡ ਲਿੱਤਾ ਹੋਵੇ। ਸੋ ਇਹੀ ਕਾਰਨ ਆ, ਘੱਟੋ ਘੱਟ ਤੁਹਾਡੇ ਇੰਡੀਆ ਦੇ ਨਾਲ ਇਹਨਾਂ ਦਾ ਅਲਾਇੰਸ ਆ, ਹੇਮੰਤ ਸੋਰੇਨ ਦਾ ਵੀ, ਭੁਪੇਸ਼ ਬਘੇਲ ਦਾ ਵੀ। ਘੱਟੋ ਘੱਟ ਇਹਨਾਂ ਤੋਂ ਹੀ ਕੁਝ ਸਿੱਖ ਲਓ, ਆਪਣੇ ਅਫਸਰਾਂ ਲਈ, ਆਪਣੇ ਅਧਿਕਾਰੀਆਂ ਲਈ ਜਾਂ ਆਪਣੇ ਕਰਮਚਾਰੀਆਂ ਲਈ ਖੜਨਾ ਹੀ ਸਿੱਖ ਲਓ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਿਸ ਤਰ੍ਹਾਂ ਇੱਕ ਰੈਫਰੈਂਡਮ ਕਰਵਾਇਆ ਗਿਆ ਬ੍ਰਿਟਿਸ਼ ਕੋਲੰਬੀਆ, ਸਰੀ ਦੇ ਵਿੱਚ, ਉੱਥੋਂ ਦਾ ਗੁਰਦੁਆਰਾ ਗੁਰੂ ਨਾਨਕ ਗੁਰਦੁਆਰਾ। ਇਸੇ ਗੁਰੂ ਨਾਨਕ ਗੁਰਦੁਆਰਾ ਦੇ ਪ੍ਰਧਾਨ ਹੁੰਦੇ ਸੀ ਹਰਦੀਪ ਸਿੰਘ ਨਿੱਜਰ, ਜਿਨ੍ਹਾਂ ਦਾ ਜੂਨ ਦੇ ਮਹੀਨੇ ਦੇ ਵਿੱਚ ਗੋਲੀਆਂ ਮਾਰ ਕੇ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ।
ਹੁਣ ਇਹ ਉੱਥੇ ਹੀ ਇਹ ਜਤਿੰਦਰ ਗਰੇਵਾਲ ਨੇ ਜਿਹੜੇ 6 ਫॉर ਜਸਟਿਸ ਦੇ ਡਾਇਰੈਕਟਰ ਨੇ, ਇਹਨਾਂ ਨੇ ਇਹ ਸਾਰਾ ਆਰਗੇਨਾਈਜ਼ ਕੀਤਾ। ਤੇ ਜਿਹੜੀਆਂ ਮੁੱਢਲੀਆਂ ਖਬਰਾਂ ਇਹ ਦਾਅਵੇ ਕਰ ਰਹੀਆਂ ਨੇ ਕਿ ਇੱਥੇ ਘੱਟੋ ਘੱਟ 1 ਲੱਖ ਜਿਹੜਾ ਬੰਦਾ ਉਹ ਪਹੁੰਚਿਆ ਜਾਂ ਵਿਅਕਤੀ ਪਹੁੰਚੇ ਨੇ, ਤੇ ਉਹਨਾਂ ਨੇ ਆਪਣਾ ਇਸ ਦੇ ਵਿੱਚ ਜਿਹੜਾ ਰੈਫਰੈਂਡਮ ਹੋ ਰਿਹਾ ਖਾਲਿਸਤਾਨ ਦੇ ਲਈ ਉਹਦੇ ਵਿੱਚ ਆਪਣਾ ਯੋਗਦਾਨ ਦਿੱਤਾ। ਪਰ ਨਾਲ ਹੀ ਇਹ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਉੱਥੇ ਇਹ ਸਾਰਾ ਜਿਹੜਾ ਰੈਫਰੈਂਡਮ ਸੀ ਪਹਿਲਾਂ ਇੱਕ ਸਕੂਲ ਦੇ ਵਿੱਚ ਕਰਵਾਇਆ ਜਾ ਰਿਹਾ ਸੀ, ਸਰੀ ਦੇ ਇੱਕ ਸਕੂਲ ਦੇ ਵਿੱਚ। ਤੇ ਜਦੋਂ ਉਹਨਾਂ ਨੇ ਉੱਥੇ ਪੋਸਟਰ ਦੇ ਉੱਤੇ ਗਨਸ ਦੇਖੀਆਂ, ਹਥਿਆਰ ਦੇਖੇ, ਬੜੇ ਘਾਤਕ ਵੈਪਨਸ ਦੇਖੇ, ਉਹਨਾਂ ਦੀਆਂ ਤਸਵੀਰਾਂ ਦੇਖੀਆਂ, ਤੇ ਉਹਨਾਂ ਨੇ ਮਨਾ ਕਰਤਾ, ਜਿਹੜੀ ਇਜਾਜ਼ਤ ਦੇਣੀ ਸੀ, ਪਰਮਿਸ਼ਨ ਦੇਣੀ ਸੀ, ਉਹ ਵਾਪਸ ਲੈ ਲਈ। ਇਸੇ ਕਰਕੇ ਇਹ ਸਾਰਾ ਜਿਹੜਾ ਰੈਫਰੈਂਡਮ ਸੀ ਉਹ ਬਾਅਦ ਦੇ ਵਿੱਚ ਉੱਥੇ ਕਰਾਉਣਾ ਪਿਆ। ਹੁਣ ਜਿਹੜੀ ਅਸਲੀ ਗੱਲ ਆ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਠੀਕ ਆ, ਨਰਿੰਦਰ ਮੋਦੀ ਨੇ ਜਸਟਿਨ ਟਰੂਡੋ ਨੂੰ ਬਿਲਕੁਲ ਕਲੀਅਰ ਕਰਤਾ ਕਿ ਅਸੀਂ ਜਿਹੜੇ ਲੋਕ ਹਿੰਸਾ ਫੈਲਾਉਣਗੇ ਅਸੀਂ ਉਹਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ, ਬਲਕਿ ਤੁਹਾਨੂੰ ਵੀ ਚਾਹੀਦਾ, ਜੇ ਤੁਸੀਂ ਚਾਹੁੰਦੇ ਹੋ ਕਿ ਭਾਰਤ ਦੇ ਨਾਲ ਭਾਰਤ ਜਾਂ ਕੈਨੇਡਾ ਦੇ ਜਿਹੜੇ ਸੰਬੰਧ ਨੇ ਉਹ ਸੁਖਾਵੇਂ ਰਹਿਣ, ਤੇ ਘੱਟੋ ਘੱਟ ਜਿਹੜੇ ਇਸ ਤਰ੍ਹਾਂ ਦੇ ਅਨਸਰ ਨੇ ਜਿਹੜੇ ਹਿੰਸਾ ਫੈਲਾਉਣਾ ਚਾਹੁੰਦੇ ਨੇ ਜਾਂ ਹਿੰਸਾ ਦੀ ਗੱਲ ਕਰਦੇ ਨੇ, ਉਹਨਾਂ ਅਨਸਰਾਂ ਨੂੰ ਤੁਸੀਂ ਘੱਟੋ ਘੱਟ ਨੱਥ ਜ਼ਰੂਰ ਪਾਓ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਕੰਟਰੋਲ ਕਰੋ। ਇਹ ਕਰਦੇ ਨੇ ਨਹੀਂ ਕਰਦੇ ਨੇ ਇਹ ਠੀਕ ਆ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਭਰੋਸਾ ਜ਼ਰੂਰ ਦਿੱਤਾ ਕਿ ਅਸੀਂ ਇਸ ਤਰ੍ਹਾਂ ਦੇ ਐਲੀਮੈਂਟਸ ਨੂੰ ਸ਼ਹਿ ਨਹੀਂ ਦਿੰਦੇ। ਪਰ ਮੈਂ ਜਿਹੜੀ ਅਸਲੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ, ਸਨ 2020 ਦੇ ਵਿੱਚ ਇਹੀ 6 ਫॉर ਜਸਟਿਸ ਇਹਦੇ ਗੁਰਪਤਵੰਤ ਸਿੰਘ ਪੰਨੂ ਆ, ਤੇ ਇਹ ਵੈਂਕੂਵਰ ਆ ਕੇ ਸਰੀ ਆ ਕੇ ਇੱਕ ਪ੍ਰੈਸ ਕਾਨਫਰੰਸ ਕਰਦੇ ਆ, ਤੇ ਮੈਂ ਵੀ ਉਸੇ ਪ੍ਰੈਸ ਕਾਨਫਰੰਸ ਵਿੱਚ ਸ਼ਿਰਕਤ ਕੀਤੀ ਸੀ। ਤੇ ਮੈਂ ਇਹਨਾਂ ਨੂੰ ਕਈ ਸਵਾਲ ਪੁੱਛੇ ਸੀ। ਮੈਂ ਕਿਹਾ ਕਿ ਤੁਸੀਂ ਇੱਥੇ ਬਾਹਰਲੀਆਂ ਧਰਤੀਆਂ ਤੇ ਬੈਠ ਕੇ ਇਹ ਸਾਰਾ ਕੁਝ ਕਰਦੇ ਹੋ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇੱਕ ਤਰ੍ਹਾਂ ਪ੍ਰਭਾਵਿਤ ਕਰਦੇ ਹੋ, ਉਹਨਾਂ ਦੀ ਸੋਚ ਨੂੰ ਤੁਸੀਂ ਇੱਕ ਤਰ੍ਹਾਂ ਪ੍ਰਭਾਵਿਤ ਕਰਦੇ ਹੋ, ਉਹਨਾਂ ਨੂੰ ਵਰਗਲਾਉਂਦੇ ਹੋ। ਬਾਅਦ ਦੇ ਵਿੱਚ ਉਹ ਤਾਂ ਉੱਥੇ ਲੜਦੇ ਨੇ ਜਾਂ ਹਿੰਸਾ ਤੇ ਉਤਾਰੂ ਹੋ ਜਾਂਦੇ ਨੇ, ਬਾਅਦ ਦੇ ਵਿੱਚ ਸਿਕਿਉਰਿਟੀ ਏਜੰਸੀਜ਼ ਦਾ ਉਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ, ਗ੍ਰਿਫਤਾਰੀਆਂ ਹੋ ਜਾਂਦੀਆਂ ਨੇ, ਕਈ ਮਾਰੇ ਜਾਂਦੇ ਨੇ, ਤੇ ਤੁਸੀਂ ਇੱਥੇ ਕਰਾ ਰਹੇ ਹੋ। ਕੀ ਤੁਸੀਂ ਪੰਜਾਬ ਦੇ ਵਿੱਚ, ਮੈਂ ਸਨ 2020 ਦੀ ਗੱਲ ਕਰ ਰਿਹਾ, ਪੰਜਾਬ ਦੇ ਵਿੱਚ ਰੈਫਰੈਂਡਮ ਕਰਾਓਗੇ? ਕਹਿੰਦੇ ਨਹੀਂ ਅਸੀਂ ਨਹੀਂ ਕਰਾਉਣਾ, ਅਸੀਂ ਤਾਂ ਬਾਹਰਲੇ ਮੁਲਕਾਂ 'ਚ ਕਰਾਵਾਂਗੇ। ਕੀ ਤੁਹਾਡੇ ਕੋਲ ਪੂਰੀ ਰੂਪ ਰੇਖਾ ਹੈ? ਕੀ ਤੁਸੀਂ ਇਕੱਲਾ ਪੰਜਾਬ ਦਾ ਜਿਹੜਾ ਹਿੱਸਾ ਉਸੇ ਨੂੰ ਖਾਲਿਸਤਾਨ ਬਣਾਉਣਾ ਕਿ ਪਾਕਿਸਤਾਨ ਦੇ ਹਿੱਸੇ ਨੂੰ ਵੀ ਖਾਲਿਸਤਾਨ ਬਣਾਓਗੇ? ਇਸ ਦਾ ਵੀ ਉਹਨਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਸੀ। ਕਿਹੜੀਆਂ ਉੱਥੇ ਐਥਨੀਸਿਟੀਜ਼ ਹੋਣਗੀਆਂ, ਕਿਹੜੀਆਂ ਨਸਲਾਂ ਹੋਣਗੀਆਂ, ਕਿਹੜੇ ਧਰਮ ਹੋਣਗੇ, ਇਸ ਉੱਤੇ ਕੋਈ ਵਿਚਾਰ ਕੀਤਾ? ਕਿਹੜੀ ਤੁਹਾਡੀ ਬਾਉਂਡਰੀ ਹੋਊਗੀ? ਕੋਈ ਉਹਨਾਂ ਨੂੰ ਸੀ ਪਤਾ। ਪੰਜਾਬ ਦੇ ਲੋਕਾਂ ਨੇ, ਆਪਾਂ ਨੂੰ ਸਾਰਿਆਂ ਨੂੰ ਪਤਾ, ਉਹ ਸੰਤਾਪ ਭੁਗਤਿਆ, ਉਹ ਸਾਰੇ ਮਾੜੇ ਸਮੇਂ ਦੇਖੇ ਆ। ਕੋਈ ਵੀ ਤਬਕਾ ਇੱਥੇ, ਕੋਈ ਵੀ ਭਾਈਚਾਰਾ ਉਸ ਹਿੰਸਾ ਤੋਂ ਬਚਿਆ ਨਹੀਂ ਸੀ, ਚਾਹੇ ਕਿਸੇ ਦੀ ਤੁਸੀਂ ਗੱਲ ਕਰ ਲਓ, ਸਾਨੂੰ ਸਾਰਿਆਂ ਨੂੰ ਪਤਾ। ਤੇ ਕੀ ਇਸ ਤਰ੍ਹਾਂ ਦੀ ਗੱਲ ਪੰਜਾਬ ਦੇ ਲੋਕ ਜਿੱਥੇ ਕਰਨਾ, ਜਿੱਥੇ ਇਹ 3 ਕਰੋੜ ਤੋਂ ਵੀ ਵੱਧ ਦੀ ਪੋਪੂਲੇਸ਼ਨ ਵਸਦੀ ਆ, ਕਿ ਉਹ ਇਹਨਾਂ ਗੱਲਾਂ ਲਈ ਤਿਆਰ ਆ? ਤੁਸੀਂ ਕੋਈ ਇਸ ਤਰ੍ਹਾਂ ਦਾ ਕੰਮ ਕਰਨਾ, ਕਿਸੇ ਤਰ੍ਹਾਂ ਦਾ ਕੋਈ ਰੈਫਰੈਂਡਮ ਕਰਾਉਣਾ, ਉਸ ਨੂੰ ਸ਼ਾਂਤਪੂਰਵਕ ਢੰਗ ਨਾਲ ਵੀ ਕਰ ਸਕਦੇ ਆ, ਸ਼ਾਂਤੀ ਨਾਲ ਕਰ ਸਕਦੇ ਆ, ਸ਼ਾਂਤੀ ਦਾ ਸੁਨੇਹਾ ਦੇ ਕੇ ਕਰ ਸਕਦੇ ਆ। ਪਰ ਇਹ ਕੀ ਹੋਇਆ? ਕਿਉਂਕਿ ਲੋਕ ਵਾਇਲੈਂਸ ਤੋਂ ਇੰਨਾ ਕੁ ਡਰੇ ਹੋਏ ਨੇ, ਉਹ ਚਾਹੁੰਦੇ ਨੇ ਕਿ ਉਹਨਾਂ ਕਾਲੇ ਸਮਿਆਂ ਦੇ ਵਿੱਚ, ਉਹਨਾਂ ਮਾੜੇ ਸਮਿਆਂ ਦੇ ਵਿੱਚ ਉਹ ਦੁਬਾਰਾ ਜਾਣ। ਔਰ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ, ਹਾਂ ਮੁੱਠੀ ਭਰ ਲੋਕ ਹੋਣਗੇ ਜਿਨ੍ਹਾਂ ਦੇ ਆਪਣੇ ਕੁਝ ਵੈਸਟਡ ਇੰਟਰਸਟ ਹੋਣਗੇ, ਕੋਈ ਛੋਟੇ ਹਿੱਤ ਹੋਣਗੇ, ਮੋਨਿਟਰੀ ਇੰਟਰਸਟ ਹੋ ਸਕਦੇ ਆ, ਬਾਹਰੋਂ ਫਾਈਨੈਂਸ਼ੀਅਲ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਸਪੋਰਟ ਮਿਲਦੀ ਹੋ ਸਕਦੀ ਆ, ਉਹ ਤਾਂ ਇਹਨਾਂ ਗੱਲਾਂ ਦੇ ਵਿੱਚ ਇੰਟਰਸਟਿਡ ਹੋਣਗੇ। ਪਰ ਇੱਥੋਂ ਦੇ ਲੋਕ ਆਪਣੇ ਬੱਚਿਆਂ ਦੇ ਭਵਿੱਖ ਲਈ ਉਹ ਵਧੇਰੇ ਚਿੰਤਤ ਨੇ, ਬਲਕਿ ਇਹਨਾਂ ਕੰਮਾਂ ਤੋਂ। ਸੋ ਇਸ ਕਰਕੇ ਪੰਜਾਬ 'ਚ ਇਸ ਚੀਜ਼ ਨੂੰ ਕਦੇ ਵੀ ਕੋਈ ਟਰੈਕਸ਼ਨ ਨਹੀਂ ਮਿਲੇਗਾ, ਕਦੇ ਵੀ ਸਮਰਥਨ ਨਹੀਂ ਮਿਲੇਗਾ। ਔਰ ਤੁਸੀਂ ਕਦੇ ਵੀ ਦੇਖ ਲਿਓ, ਜਦੋਂ ਕੋਈ ਵਿਅਕਤੀ ਇਹਨਾਂ ਸਾਰੇ ਮੁੱਦਿਆਂ ਨੂੰ ਅੱਗੇ ਲੈ ਕੇ ਆਏਗਾ ਜਾਂ ਇਹਨਾਂ ਦੇ ਨਾਲ ਕੋਈ ਇਲੈਕਸ਼ਨ ਜਿੱਤਣਾ ਚਾਹੇਗਾ, ਉਹਦੀ ਅਕਸਰ ਜ਼ਮਾਨਤ ਜ਼ਬਤ ਹੁੰਦੀ ਆ। ਪੰਜਾਬ ਦੇ ਲੋਕਾਂ ਨੇ ਕਦੇ ਵੀ ਇਹਨਾਂ ਚੀਜ਼ਾਂ ਨੂੰ ਐਕਸੈਪਟ ਨਹੀਂ ਕੀਤਾ। ਸੋ ਕਈ ਵਾਰੀ ਲੱਗਦਾ ਕਿ ਵਿਦੇਸ਼ੀ ਧਰਤੀਆਂ 'ਤੇ ਰਹਿ ਕੇ ਹੋ ਸਕਦਾ ਇਹ ਜਿਹੜੇ ਲੋਕ ਸਾਰਾ ਕੁਝ ਕਰਾ ਰਹੇ ਨੇ, ਜਿਹੜੇ ਆਰਗੇਨਾਈਜ਼ਰਸ ਨੇ, ਇਹ ਆਪਣੇ ਆਪ ਨੂੰ ਬਹੁਤ ਮਹਿਫੂਜ਼ ਮਹਿਸੂਸ ਕਰਦੇ ਨੇ, ਕਿਉਂਕਿ ਇਹਨਾਂ ਨੂੰ ਇੱਥੇ ਆ ਕੇ ਜੋ ਕੁਝ ਹੁੰਦਾ ਉਹ ਤਾਂ ਇਹਨਾਂ ਨੂੰ ਸਹਿਣਾ ਨਹੀਂ ਪੈਂਦਾ, ਝੱਲਣਾ ਨਹੀਂ ਪੈਂਦਾ। ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਬਾਹਰ ਬੈਠ ਕੇ ਵਰਗਲਾ ਲਓ, ਪਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਕਦੇ ਵੀ ਇਹਨਾਂ ਦੀਆਂ ਗੱਲਾਂ ਦੇ ਵਿੱਚ ਫੇਰ ਤੋਂ ਆਏਗਾ। ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਹਿ ਕੇ ਹਟਾਇਆ, ਪੰਜਾਬ ਉਹਨਾਂ ਮਾੜੇ ਸਮਿਆਂ ਤੋਂ ਨਿਕਲ ਚੁੱਕਾ ਤੇ ਪੰਜਾਬ ਹੁਣ ਤਰੱਕੀ ਦੀ ਰਾਹ ਦੇਖਣਾ ਚਾਹੁੰਦਾ, ਤਰੱਕੀ ਦੇ ਮੌਕੇ ਦੇਖਣਾ ਚਾਹੁੰਦਾ, ਆਪਣੀ ਜਿਹੜੀ ਆਉਣ ਵਾਲੀ ਭਵਿੱਖ ਦੀ ਜਨਰੇਸ਼ਨ ਆ ਉਹਨੂੰ ਤਰੱਕੀ ਦੀ ਰਾਹ ਤੇ ਦੇਖਣਾ ਚਾਹੁੰਦਾ, ਨਾ ਕਿ ਉਹਨਾਂ ਕਾਲੇ ਸਮਿਆਂ ਦੇ ਵਿੱਚ ਫੇਰ ਤੋਂ ਵਾਪਸ ਜਾਣਾ ਚਾਹੁੰਦਾ।
G20 ਦੀ ਜਿਹੜੀ ਸਿਖਰ ਵਾਰਤਾ ਹੋਈ ਆ ਹੁਣੇ ਜਿਹਦੇ ਵਿੱਚ ਦੁਨੀਆ ਭਰ ਤੋਂ ਮੁਲਕ ਆਏ ਸੀ। ਦੇਖੋ ਕਈ ਜਿਹੜੇ ਸਮਝੌਤੇ ਹੋਏ ਨੇ, ਐਗਰੀਮੈਂਟਸ ਹੋਏ ਨੇ, ਉਹ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਬਾਹਰ ਆਉਣ ਤੇ ਸਾਰਿਆਂ ਨੂੰ ਪਤਾ ਲੱਗੇ। ਪਰ ਮੀਡੀਆ ਨੂੰ ਕਿਉਂਕਿ ਲਗਾਤਾਰ ਅੰਦਰ ਕੀ ਹੋ ਰਿਹਾ, ਆਪਸ ਦੇ ਵਿੱਚ ਕੀ ਵਾਰਤਾਲਾਪ ਹੋ ਰਹੀ ਆ, ਕਿਹੜੇ ਸੰਧੀ ਸਮਝੌਤਿਆਂ ਤੇ ਆਪਸ ਦੇ ਵਿੱਚ ਦਸਤਖਤ ਹੋ ਰਹੇ ਨੇ, ਐਗਰੀਮੈਂਟਸ ਉੱਤੇ ਆਪਸ ਦੇ ਵਿੱਚ ਸਾਂਝੇ ਸਿਗਨੇਚਰਸ ਹੋ ਰਹੇ ਨੇ, ਉਸ ਦਾ ਕਈ ਚੀਜ਼ਾਂ ਦਾ ਹਜੇ ਤੱਕ ਪਤਾ ਵੀ ਨਹੀਂ ਲੱਗਿਆ। ਹਾਂ ਠੀਕ ਹੈ, ਜੁਆਇੰਟ ਡੈਕਲੇਰੇਸ਼ਨ ਆ ਗਈ, ਅਸੀਂ ਆਹ ਕਰਾਂਗੇ, ਉਸ ਨੂੰ ਵੀ ਲੈ ਕੇ ਤੁਸੀਂ ਦੇਖੋ ਉਹਦੇ ਵੀ 15 ਵਾਰੀ ਡਰਾਫਟ ਬਣੇ, 300 ਘੰਟੇ ਦੀ ਗੱਲਬਾਤ ਹੋਈ, 2,500 ਕਰੋੜ ਰੁਪਈਆ ਇਸ ਸਾਰੇ ਈਵੈਂਟ ਤੇ ਖਰਚ ਦਿੱਤਾ ਗਿਆ। ਉਸ ਤੋਂ ਬਾਅਦ ਆਪਾਂ ਨੂੰ ਇਹ ਵੀ ਪਤਾ ਕਿ ਕਿਸ ਤਰ੍ਹਾਂ ਗਰੀਬਾਂ ਨੂੰ, ਝੁੱਗੀ ਝੌਂਪੜੀਆਂ ਨੂੰ, ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੂੰ ਉੱਥੋਂ ਡਿਸਪਲੇਸ ਕਰਕੇ ਜਿੱਥੇ ਜਿੱਥੇ ਵੀ ਵੈਨਿਊ ਸੀ, ਜਿੱਥੇ ਇਹ ਸਾਰੀਆਂ ਬੈਠਕਾਂ ਹੋ ਰਹੀਆਂ ਸੀ, ਉੱਥੋਂ ਪਾਸੇ ਲੈ ਕੇ ਜਾਇਆ ਗਿਆ, ਇੱਕ ਤਰ੍ਹਾਂ ਦਾ ਲੁਕੋ ਦਿੱਤਾ ਗਿਆ ਭਾਰਤ ਦੀ ਗਰੀਬੀ ਨੂੰ, ਗੁਰਬਤ ਨੂੰ, ਉਹਨਾਂ ਲੋਕਾਂ ਨੂੰ ਕਿ ਤੁਸੀਂ ਤਾਂ ਇਸ ਦਾ ਹਿੱਸਾ ਹੀ ਨਹੀਂ ਹੋ। ਵੈਸੇ ਇਸ ਦੌਰਾਨ ਜਿਸ ਤਰ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਪੀਲ ਕਰਦੇ ਹੋਏ ਦਿਸੇ ਮੀਡੀਆ ਨੂੰ, ਕਹਿੰਦੇ ਤੁਸੀਂ ਚਲੇ ਜਾਓ, ਹੁਣ ਤੁਸੀਂ ਇਹ ਸਥਾਨ ਖਾਲੀ ਕਰ ਦਿਓ, ਅਸੀਂ ਕੰਮ ਦੀ ਗੱਲ ਕਰਨੀ ਆ। ਔਰ ਇਸੇ ਦੌਰਾਨ ਜਿਹੜਾ US ਦਾ ਮੀਡੀਆ, ਉਸ ਨੂੰ ਵੀ ਬੜਾ ਅਜੀਬ ਲੱਗਾ, ਬਲਕਿ ਉਹਨੂੰ ਸਾਰਾ ਕੁਝ ਅਨਪ੍ਰੈਸੀਡੈਂਟਡ ਲੱਗਾ। ਉਹ ਕਹਿੰਦੇ ਇਸ ਤਰ੍ਹਾਂ ਤਾਂ ਸਾਡੇ ਨਾਲ ਪਹਿਲਾਂ ਕਦੇ ਹੋਇਆ ਹੀ ਨਹੀਂ, ਅਸੀਂ ਸਾਰੀਆਂ ਜਿਹੜੀਆਂ ਕਾਨਫਰੰਸਿਸ ਆ, ਸਮਿਟਸ ਆ, ਉਹ ਕਵਰ ਕਰਦੇ ਆ। ਇਸੇ ਦੌਰਾਨ ਤੁਸੀਂ ਦੇਖੋ ਇੱਕ ਗੱਲ ਹੋਰ ਹੁੰਦੀ ਆ ਕਿ ਭਾਰਤ ਅਮਰੀਕਾ ਨੂੰ ਕਈ ਚੀਜ਼ਾਂ ਤੇ ਛੂਟ ਦੇ ਦਿੰਦਾ। ਤੁਹਾਨੂੰ ਯਾਦ ਹੋਣਾ ਸਨ 2019 ਦੇ ਵਿੱਚ 28 ਇਸ ਤਰ੍ਹਾਂ ਦੀਆਂ ਚੀਜ਼ਾਂ ਸੀ ਜਿੱਥੇ ਭਾਰਤ ਨੇ ਇੱਕ ਤਰ੍ਹਾਂ ਦਾ ਰਿਟੈਲੀਏਟਰੀ, ਯਾਨੀ ਕਿ ਉਹਨਾਂ ਦੇ ਖਿਲਾਫ, ਕਿਉਂਕਿ US ਨੇ ਆਪਣੇ ਕਈ ਟੈਰਿਫ ਵਧਾ ਦਿੱਤੇ ਸੀ ਕਈ ਚੀਜ਼ਾਂ ਤੇ, ਉਸ ਦੌਰਾਨ ਸਨ 2019 ਦੇ ਵਿੱਚ ਭਾਰਤ ਨੇ 28 ਇਸ ਤਰ੍ਹਾਂ ਦੀਆਂ ਚੀਜ਼ਾਂ ਸੀ, ਇਹਨਾਂ ਨੇ ਵੀ ਆਪਣੀ ਜਿਹੜੀ ਇੰਪੋਰਟ ਡਿਊਟੀ ਸੀ ਉਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਸੀ। ਤੇ ਹੁਣ ਐਨ ਮੌਕੇ ਤੇ ਜਦੋਂ ਜੋ ਬਾਈਡਨ ਨੇ ਆਉਣਾ ਸੀ, ਉਹ ਸਾਰੀਆਂ ਇੰਪੋਰਟ ਡਿਊਟੀਜ਼ ਹਟਾ ਲਈਆਂ, ਔਰ ਜਿਹੜੀਆਂ ਚੀਜ਼ਾਂ ਤੇ ਹਟਾਈਆਂ ਉਹ ਵੀ ਮੈਂ ਤੁਹਾਨੂੰ ਦੱਸੂਗਾ, ਕਿਉਂਕਿ ਇਹਦਾ ਸਿੱਧਾ ਤੇ ਸਿੱਧਾ ਨੁਕਸਾਨ ਕਿਸਾਨਾਂ ਨੂੰ ਆ। ਕਿਸਾਨਾਂ ਨੂੰ ਕੰਪੀਟ ਕਰਨਾ ਪੈਣਾ ਇਹਨਾਂ ਚੀਜ਼ਾਂ ਦੇ ਨਾਲ। ਤੁਸੀਂ ਦੇਖੋ ਚਿਕਪੀਸ, ਜਿਨ੍ਹਾਂ ਨੂੰ ਆਪਾਂ ਸਫੇਦ ਚਨੇ ਕਹਿੰਦੇ ਆ, ਇਹ ਭਾਰਤ ਦੀ ਇੱਕ ਜਿਹਨੂੰ ਸਟੈਪਲ ਡਾਈਟ ਕਹਿ ਦਿੰਦੇ ਆ, ਬਹੁਤ ਸਾਰੇ ਸੂਬਿਆਂ ਦੇ ਵਿੱਚ, ਬਹੁਤ ਸਾਰੇ ਰਾਜਾਂ ਦੇ ਵਿੱਚ ਇਹ ਯੂਜ਼ ਹੁੰਦਾ ਆਮ ਤੌਰ ਤੇ, ਅਮੂਮਨ ਕਈ ਚੀਜ਼ਾਂ ਲਈ। ਚਿੱਟੇ ਛੋਲੇ, ਇਹਨਾਂ ਦੇ ਉੱਤੇ ਵੀ ਜਿਹੜੀ ਇਹ ਸਾਰੀ ਡਿਊਟੀ ਹਟਾ ਦਿੱਤੀ ਗਈ ਹੈ, ਕੇਵਲ 10% ਡਿਊਟੀ ਰੱਖੀ ਆ। ਇਸੇ ਤਰ੍ਹਾਂ ਤੁਸੀਂ ਦੇਖੋ ਐਪਲ, ਸੇਬ ਉਹ ਇੱਕ ਫਰੂਟ ਆ ਜਿਹੜਾ ਸਾਲ ਡੇਢ ਸਾਲ ਲਗਾਤਾਰ ਖਾਇਆ ਜਾ ਸਕਦਾ। ਹੁਣ ਤੁਸੀਂ ਦੇਖੋ ਹਿਮਾਚਲ ਪ੍ਰਦੇਸ਼ ਦੇ ਉਹ ਕਿਸਾਨ ਜਿਹੜੇ ਐਪਲ ਦੀ ਜਾਂ ਸੇਬ ਦੀ ਖੇਤੀ ਕਰਦੇ ਆ, ਜਿਨ੍ਹਾਂ ਨੇ ਗੌਤਮ ਅਡਾਨੀ ਦੇ ਨਾਲ ਜਾਂ ਉਹਦੇ ਖਿਲਾਫ ਲੜ ਕੇ ਲਗਾਤਾਰ ਸੇਬਾਂ ਦੇ ਇੱਕ ਰੇਟ ਬੰਨੇ ਆ। ਇਸੇ ਤਰ੍ਹਾਂ ਤੁਸੀਂ ਜੰਮੂ ਕਸ਼ਮੀਰ ਦੇ ਸੇਬ ਦੇਖੋ, ਜਾਂ ਉੱਤਰਾਖੰਡ ਦੇ ਵਿੱਚ ਵੀ ਸੇਬ ਤਾਂ ਹੁੰਦਾ। ਸਾਰੇ ਪਾਸੇ ਜਿੰਨੇ ਵੀ ਹਿਲ ਏਰੀਆਜ਼ ਨੇ ਜਾਂ ਜਿਹੜੇ ਪਹਾੜੀ ਇਲਾਕੇ ਨੇ, ਉੱਥੋਂ ਦੇ ਕਿਸਾਨਾਂ ਦਾ ਕੀ ਬਣੂਗਾ ਜਦੋਂ ਸਾਰਾ ਕੁਝ ਤੁਸੀਂ ਡਿਊਟੀ ਹਟਾ ਲਈ। ਇਸੇ ਤਰ੍ਹਾਂ ਤੁਸੀਂ ਦੇਖੋ ਜੋ ਬਦਾਮ ਨੇ, ਦਾਲਾਂ ਕਿਸਾਨ ਉਗਾਉਂਦਾ, ਉਹ ਚਾਹੇ ਮਸਰ ਦੀ ਦਾਲ ਹੋਵੇ, ਅਰਹਰ ਦੀ ਦਾਲ ਹੋਵੇ, ਜਾਂ ਹੋਰ ਤਮਾਮ ਤਰ੍ਹਾਂ ਦੀਆਂ ਦਾਲਾਂ, ਉਹਨਾਂ ਤੋਂ ਵੀ ਡਿਊਟੀ ਹਟਾ ਲਈ ਗਈ ਆ। ਬਦਾਮ ਨੇ, ਅਖਰੋਟ ਨੇ, ਇਹਨਾਂ ਤੋਂ ਵੀ ਹਟਾ ਲਈ ਗਈ ਹੈ ਡਿਊਟੀ। ਇਹ ਸਾਰਾ ਕੁਝ ਜਦੋਂ ਆਊਗਾ ਮਾਰਕੀਟ ਦੇ ਵਿੱਚ, ਤੇ ਭਾਰਤੀ ਜਿਹੜਾ ਕਿਸਾਨ ਆ ਉਹ ਜਾ ਕੇ ਅਮਰੀਕਾ ਦੀਆਂ ਇਹਨਾਂ ਪ੍ਰੋਡਕਟਸ ਨਾਲ ਕਿੱਦਾਂ ਕੰਪੀਟ ਕਰੂਗਾ? ਕਿਉਂਕਿ ਹੁਣ ਤਾਂ ਉਹ ਜਿਹੜੀਆਂ ਅਮਰੀਕਾ ਦੀਆਂ ਚੀਜ਼ਾਂ ਨੇ, ਉਹ ਭਾਰਤੀ ਕਿਸਾਨ ਜਿਹੜਾ ਉਹ ਮਾਰਕੀਟ ਦੇ ਵਿੱਚ ਲਾਏਗਾ, ਉਸ ਤੋਂ ਕਿਤੇ ਸਸਤੀਆਂ ਮਿਲਣਗੀਆਂ, ਤੇ ਕੀ ਕੋਈ ਕਸਟਮਰ ਜਾਂ ਕੋਈ ਵੀ ਹੋਰ ਵਪਾਰੀ ਉਹਨਾਂ ਨੂੰ ਖਰੀਦੂਗਾ? ਇਹਦੇ ਨਾਲ ਕਿਸਾਨਾਂ ਨੂੰ ਕਿੰਨੀ ਵੱਡੀ ਇੱਕ ਆਮਦਨੀ ਦਾ ਨੁਕਸਾਨ ਹੋਇਆ। ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਇਸ ਉੱਤੇ ਕਈ ਧਰਨੇ ਮੁਜ਼ਾਹਰੇ ਵੀ ਹੋਣ, ਕਿਉਂਕਿ ਜਿਸ ਤਰ੍ਹਾਂ ਹੀ ਕਿਸਾਨਾਂ ਨੂੰ ਇਹ ਚੀਜ਼ ਸਾਹਮਣੇ ਆਉਣੀ ਆ, ਪਤਾ ਲੱਗਣਾ, ਤੇ ਉਹਨਾਂ ਨੂੰ ਲੱਗਣਾ, ਕਿਉਂਕਿ ਹਜੇ ਤੱਕ ਭਾਰਤ ਦੀ ਸਰਕਾਰ, ਜਿਨ੍ਹਾਂ ਨੇ ਇਹ ਵਾਅਦੇ ਕੀਤੇ ਸੀ, ਦਾਅਵੇ ਕੀਤੇ ਸੀ ਕਿ ਸਨ 2022 ਤੱਕ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਾਂਗੇ, ਉਹਦੇ 'ਚ ਤਾਂ ਉਹ ਫੇਲ ਹੋ ਗਏ। ਬਲਕਿ ਇਸ ਤਰ੍ਹਾਂ ਦੇ ਸਮਝੌਤੇ ਕਰਕੇ ਉਹ ਤਾਂ ਕਿਸਾਨਾਂ ਨੂੰ ਹੋਰ ਮੁਸ਼ਕਿਲ ਦੇ ਵਿੱਚ ਪਾ ਰਹੇ ਆ। MSP, ਮਿਨੀਮਮ ਸਪੋਰਟ ਪ੍ਰਾਈਸ, ਜਿਹੜੀ ਮੰਗੀ ਜਾਂਦੀ ਸੀ ਕਿਸਾਨਾਂ ਵੱਲੋਂ, ਉਸ 'ਤੇ ਅੱਜ ਤੱਕ ਨਹੀਂ ਫੈਸਲਾ ਹੋਇਆ। ਹੋਰ ਕਈ ਇਸ ਤਰ੍ਹਾਂ ਦੇ ਮਸਲੇ ਨੇ ਜਿਹੜੇ ਅੱਜ ਵੀ ਉਸੇ ਤਰ੍ਹਾਂ ਪੈਂਡਿੰਗ ਪਏ ਹੋਏ ਨੇ, ਤੇ ਅਸੀਂ ਇੱਥੇ ਗੱਲ ਕਰ ਰਹੇ ਹਾਂ ਕਿ ਇਹ ਕਿੰਨਾ ਕੁ ਸਕਸੈਸਫੁਲ ਹੋਇਆ। ਜਿੱਥੋਂ ਤੱਕ ਮੀਡੀਆ ਦੀ ਗੱਲ ਆ, ਮੀਡੀਆ ਦੀ ਵੀ ਗੱਲ ਇਹ ਆ ਕਿ ਜੋ ਬਾਈਡਨ ਨੇ ਜਾ ਕੇ ਗੱਲ ਕੀਤੀ ਆ ਵੀਅਤਨਾਮ 'ਚ, ਕਹਿੰਦੇ ਕੋਈ ਗੱਲ ਨਹੀਂ, ਮੈਂ ਤੁਹਾਡੇ ਨਾਲ ਇੱਥੇ ਗੱਲ ਨਹੀਂ ਕਰਨੀ, ਵੀਅਤਨਾਮ ਮੈਂ ਜਾਊਂਗਾ, ਉੱਥੇ ਜਾ ਕੇ ਗੱਲ ਕਰੋ। ਉੱਥੇ ਜਾ ਕੇ ਉਹ ਸਾਰਾ ਕੁਝ ਕਹਿੰਦੇ ਆ ਜੋ ਬਾਈਡਨ, ਕਹਿੰਦੇ ਜੀ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਸਿਵਲ ਸੁਸਾਇਟੀ ਦੀ ਬੜੀ ਇੰਪੋਰਟੈਂਸ ਹੁੰਦੀ ਆ, ਮਨੁੱਖੀ ਅਧਿਕਾਰਾਂ ਦੀ ਬੜੀ ਲੋੜ ਹੁੰਦੀ ਆ,
ਔਰ ਪ੍ਰੈਸ ਫਰੀडम ਦੀ ਵੀ ਗੱਲ ਕਰਦੇ ਆ, ਡੈਮੋਕ੍ਰੇਸੀ ਦੀ ਵੀ ਗੱਲ ਕਰਦੇ ਆ, ਲੋਕਤੰਤਰ ਦੀ ਗੱਲ ਕਰਦੇ ਆ। ਉੱਥੇ ਜਾ ਕੇ ਉਹ ਸਾਰੀਆਂ ਗੱਲਾਂ ਕਰਦੇ ਆ, ਪਰ ਇੱਥੇ ਰਹਿ ਕੇ ਉਹ ਕੋਈ ਗੱਲ ਨਹੀਂ ਕਰਦੇ, ਕਿਉਂਕਿ ਇੱਥੇ ਮਾਹੌਲ। ਔਰ ਵਾਈਟ ਹਾਊਸ ਦਾ ਪਿਛਲੇ ਦਿਨਾਂ ਦੇ ਵਿੱਚ ਬਿਆਨ ਵੀ ਆਇਆ ਸੀ, ਕਹਿੰਦੇ ਅਸੀਂ ਇੰਨੀਆਂ ਕੋਸ਼ਿਸ਼ਾਂ ਕਰ ਲਈਆਂ, ਭਾਰਤ ਦੀ ਸਰਕਾਰ ਭਾਰਤ ਦੇ ਅਫਸਰਾਂ ਨੂੰ ਕਹਿ ਕੇ ਕਿ ਇੱਕ ਜੁਆਇੰਟ ਮੀਟਿੰਗ ਕਰਾਓ, ਇੱਕ ਕਾਨਫਰੰਸ ਕਰਾਓ, ਪ੍ਰੈਸ ਦੇ ਸਵਾਲਾਂ ਦੇ ਜਵਾਬ ਦਿਓ, ਪ੍ਰੈਸ ਤੁਹਾਨੂੰ ਕੁਝ ਪੁੱਛਣਾ ਚਾਹੁੰਦੀ ਆ, ਭਾਰਤ ਸਰਕਾਰ ਨੇ ਇਜਾਜ਼ਤ ਹੀ ਨਹੀਂ ਦਿੱਤੀ। ਇਸੇ ਤਰ੍ਹਾਂ ਦਾ ਤੁਹਾਨੂੰ ਯਾਦ ਹੋਣਾ, ਜਦੋਂ ਨਰਿੰਦਰ ਮੋਦੀ ਅਮਰੀਕਾ ਗਏ ਸੀ ਵਾਈਟ ਹਾਊਸ, ਉਹ ਕਹਿੰਦੇ ਸਾਡੀ ਤਾਂ ਪਰੰਪਰਾ, ਅਸੀਂ ਤਾਂ ਹਰ ਵਾਰੀ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਕਰਦੇ ਹਾਂ, ਫਿਰ ਸਵਾਲ ਲੈਂਦੇ ਹਾਂ। ਆਖਿਰਕਾਰ ਬੜਾ ਰੌਲਾ ਪੈਣ ਤੋਂ ਬਾਅਦ, ਬੜੇ ਦਬਾਅ ਹੇਠ ਆ ਕੇ ਫਿਰ ਜਾ ਕੇ ਇੱਕ ਕੁਐਸਚਨ ਲਿਆ ਸੀ ਨਰਿੰਦਰ ਮੋਦੀ ਨੇ, ਉਹਦਾ ਵੀ ਰੌਲਾ ਪੈ ਗਿਆ ਸੀ, ਉਹ ਆਪਾਂ ਨੂੰ ਸਾਰਿਆਂ ਨੂੰ ਯਾਦ ਆ। ਸੋ ਇਸ ਕਰਕੇ ਜੇ ਕਹਿ ਦਈਏ ਜਿੱਥੇ ਇੰਨਾ ਖਰਚ ਕੀਤਾ ਗਿਆ ਹੋਵੇ, ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਹਾਲਾਂਕਿ ਇਸ US ਦੇ ਨਾਲ ਹੋਰ ਵੀ ਡੀਲਸ ਹੋਈਆਂ ਨੇ, ਜਿਸ ਤਰ੍ਹਾਂ ਜੈਟ ਇੰਜਨਸ ਆਉਣੇ ਆ, ਇਸੇ ਤਰ੍ਹਾਂ ਡਰੋਨਸ ਆਉਣੀਆਂ ਨੇ, ਉਹਨਾਂ ਬਾਰੇ ਵੀ ਜਿਹੜੀ ਡਿਫੈਂਸ ਪਾਰਟਨਰਸ਼ਿਪ ਦੀ ਆਪਾਂ ਗੱਲ ਕਰਦੇ ਹਾਂ, ਉਹ ਵੀ ਚੀਜ਼ਾਂ ਹੋਈਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਉੱਤੇ ਵੀ ਕਾਫੀ ਖੁਲਾਸੇ ਹੋਣਗੇ ਔਰ ਪਤਾ ਲੱਗੂਗਾ ਕਿ ਕੀ G20 ਸੰਮੇਲਨ, ਇਹ ਜਿਹੜਾ ਸਿਖਰ ਸੰਮੇਲਨ ਹੋਇਆ, ਕਿਸੇ ਤਰ੍ਹਾਂ ਦਾ ਇਹ ਕਾਮਯਾਬ ਸੀ, ਇਹਦੀਆਂ ਕੀ ਕਮੀਆਂ ਸੀ, ਕਿ ਭਾਰਤ ਲਈ ਵਧੀਆ ਸੀ, ਕਿਹੜੇ ਕਿਹੜੇ ਮੁਲਕ ਲਈ ਵਧੀਆ ਸੀ, ਕਿਹੜੇ ਕਿਹੜੇ ਮੁਲਕ ਨਹੀਂ ਆਏ, ਉਸ ਦਾ ਕੀ ਅਸਰ ਪਿਆ। ਇਹਨਾਂ ਸਾਰੀਆਂ ਚੀਜ਼ਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਵਿਚਾਰ ਵਟਾਂਦਰਾ ਜ਼ਰੂਰ ਕਰਾਂਗੇ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।